ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਮੈਂ ਮਨਦੀਪ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਤੋਂ ਪੰਜਾਬੀ ਦੀ ਅਧਿਆਪਕਾ ਜਮਾਤ 10ਵੀਂ। ਪਿਆਰੇ ਵਿਦਿਆਰਥੀਓ, ਇਸ ਔਖੀ ਘੜੀ ਦੇ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਈ-ਲਰਨਿੰਗ ਦੇ ਜ਼ਰੀਏ ਤੁਹਾਡੇ ਤੱਕ ਤੁਹਾਡਾ ਸਿਲੇਬਸ ਪਹੁੰਚਾ ਰਿਹਾ ਹੈ ਤਾਂ ਜੋ ਤੁਸੀਂ ਆਪਣੀ ਪੜ੍ਹਾਈ ਨੂੰ ਚੰਗੀ ਤਰ੍ਹਾਂ ਜਾਰੀ ਰੱਖ ਸਕੋ। ਸੋ ਸਟੂਡੈਂਟਸ, ਅਸੀਂ ਪਿਛਲੇ 2 ਵੀਡੀਓਜ਼ ਦੇ ਵਿੱਚ ਅਸੀਂ ਗੁਰੂ ਉਪਦੇਸ਼ ਕਵਿਤਾ ਕਰ ਰਹੇ ਹਾਂ, ਜਿਸ ਨੂੰ ਤੁਸੀਂ 2 ਭਾਗਾਂ ਦੇ ਵਿੱਚ ਪਹਿਲਾਂ ਕਰ ਚੁੱਕੇ ਹੋ। ਪਹਿਲੇ ਭਾਗ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸਿੱਖੀ ਗੁਰੂ 10 ਗੁਰੂਆਂ ਦੀ ਦੇਣ ਹੈ, ਜਿਸ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਕੁਝ ਉਪਦੇਸ਼ ਦਿੱਤੇ ਹਨ। ਉਹਨਾਂ ਉਪਦੇਸ਼ਾਂ ਦੇ ਵਿੱਚ ਰਹਿਮ ਕਰਮ, ਧਰਮ ਤੇ ਕਰਮ ਦੀ ਗੂੜੀ ਸਾਂਝ ਨੂੰ ਨਾ ਤੋੜਨ ਦੀ ਹਦਾਇਤ ਕੀਤੀ ਗਈ ਹੈ। ਆਪਣੀ ਸੋਚ ਉੱਤੇ ਕਦੀ ਵੀ ਗਰਮੀ ਭਾਵ ਗੁੱਸਾ ਨਾ ਭਾਰੂ ਹੋਣ ਦੇਣ ਦੀ ਗੱਲ ਕੀਤੀ ਹੈ। ਨਾਲ ਹੀ ਵਿਦਿਆਰਥੀਓ, ਉਹਨਾਂ ਨੇ ਕਿਹਾ ਹੈ ਕਿ ਆਪਣੀ ਆਮਦਨ ਦੇ ਵਿੱਚੋਂ 10ਵਾਂ ਭਾਗ ਕੱਢ ਕੇ ਤੁਸੀਂ ਲੋੜਵੰਦਾਂ ਦੇ ਲੇਖੇ ਲਾਉਣਾ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇਸ ਜੱਗ ਦੇ ਵਿੱਚ ਉੱਚੇ ਨੀਵੇਂ ਭਾਵ ਅਮੀਰ ਗਰੀਬ ਦਾ ਬਿਲਕੁਲ ਵੀ ਕੋਈ ਵੀ ਵਿਤਕਰਾ ਨਹੀਂ ਕਰਨਾ। ਗਊ ਗਰੀਬ ਤੇ ਔਰਤ ਦੀ ਰੱਖਿਆ ਕਰਨੀ ਹੈ। ਖਾਲਸੇ ਦਾ ਰੂਪ ਜ਼ੁਲਮ ਦਾ ਨਾਸ਼ ਕਰਨ ਲਈ ਕੀਤਾ ਗਿਆ ਹੈ। ਖਾਲਸੇ ਨੂੰ ਇੱਕ ਵਿਸ਼ੇਸ਼ ਰੂਪ ਦਿੱਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਕਿਹਾ ਹੈ ਕਿ ਜ਼ੁਲਮ ਦੇ ਵਿਰੁੱਧ ਤੁਸੀਂ ਹਮੇਸ਼ਾ ਹੀ ਆਵਾਜ਼ ਉਠਾਉਣੀ ਹੈ। ਨਾਲ ਹੀ ਗੁਰੂ ਜੀ ਇਹ ਵੀ ਕਹਿੰਦੇ ਹਨ ਕਿ ਤੁਸੀਂ ਕਦੀ ਵੀ ਜਾਤ ਪਾਤ ਦਾ ਕੋਈ ਵੀ ਭੇਦਭਾਵ ਨਹੀਂ ਕਰਨਾ। ਪਿਆਰੇ ਵਿਦਿਆਰਥੀਓ, ਅਸੀਂ ਇੱਥੇ ਤੱਕ ਕਵਿਤਾ ਨੂੰ ਪੜ੍ਹ ਚੁੱਕੇ ਹਾਂ। ਅੱਜ ਅਸੀਂ ਇਸ ਤੋਂ ਅਗਲਾ ਭਾਗ ਕਰਾਂਗੇ। ਸੋ ਵਿਦਿਆਰਥੀਓ, ਇਹਨਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਮੈਂ ਇਹਨਾਂ ਅਸੂਲਾਂ ਦੇ ਵਿੱਚ ਭਾਵ ਜੋ ਮੈਂ ਉਪਦੇਸ਼ ਦਿੱਤੇ ਹਨ ਇਹਨਾਂ ਦੇ ਵਿੱਚ ਹੀ ਵਸਦਾ ਹਾਂ। ਜਦੋਂ ਤੁਸੀਂ ਇਹਨਾਂ ਅਸੂਲਾਂ ਨੂੰ ਮੰਨਣਾ ਬੰਦ ਕਰ ਦੋਗੇ ਤਾਂ ਮੈਂ ਕਦੀ ਵੀ ਤੁਹਾਡਾ ਸਾਥ ਨਹੀਂ ਦੇਵਾਂਗਾ। ਮੇਰੀ ਹੋਂਦ ਭਾਵ ਮੇਰੀ ਐਗਜ਼ਿਸਟੈਂਸ, ਮੈਂ ਇਹਨਾਂ ਸਿਧਾਂਤਾਂ ਵਿੱਚ ਹੀ ਵਸਦਾ ਹਾਂ। ਭਾਵ ਮੇਰੀ ਕੋਈ ਮੂਰਤ ਜਾਂ ਸੂਰਤ ਨਹੀਂ ਹੈ। ਮੈਨੂੰ ਜੇ ਲੱਭਣਾ ਆ, ਮੈਨੂੰ ਜਾਣਨਾ ਆ, ਮੇਰਾ ਭੇਦ ਪਾਉਣਾ ਆ, ਮੈਨੂੰ ਪਹਿਚਾਨਣਾ ਆ ਤਾਂ ਇਹਨਾਂ ਸਿਧਾਂਤਾਂ ਨੂੰ ਹਮੇਸ਼ਾ ਹੀ ਮੰਨਣਾ ਪਵੇਗਾ। ਭਾਵ ਗੁਰੂ ਜੀ ਨੇ ਕਿਹਾ ਹੈ ਕਿ ਇਹ ਮੇਰੇ ਖਾਲਸਾ ਪੰਥ ਦੇ ਖਾਲਸੇ, ਤੁਸੀਂ ਇਹਨਾਂ ਸਿਧਾਂਤਾਂ ਨੂੰ ਹਮੇਸ਼ਾ ਹੀ ਮੰਨ ਕੇ ਚੱਲਣਾ ਹੈ, ਇਹਨਾਂ ਤੋਂ ਮੁਨਕਰ ਨਹੀਂ ਹੋਣਾ। ਸੋ ਵਿਦਿਆਰਥੀਓ, ਇਹਨਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਗੁਰੂ ਜੀ ਨੇ ਕਿਹਾ ਹੈ ਕਿ ਕਿਰਤੀ, ਕਾਮੇ ਤੇ ਗ੍ਰਹਿਸਤੀ ਸਦਾ ਵੱਡੇ ਨੇ। ਭਾਵ ਉਹਨਾਂ ਨੇ ਕਿਰਤ ਦੀ ਮਹਾਨਤਾ ਦੀ ਗੱਲ ਕੀਤੀ ਹੈ। ਕਿਰਤੀ ਕੰਮ ਕਰਨੇ ਵਾਲੇ, ਹੱਥੀਂ ਕੰਮ ਕਰਨੇ ਵਾਲੇ, ਇਮਾਨਦਾਰੀ ਨਾਲ ਕੰਮ ਕਰਨੇ ਵਾਲੇ। ਕਾਮੇ ਦਾ ਵੀ ਭਾਵ ਬੱਚਿਓ ਮਜ਼ਦੂਰ, ਹੱਥੀਂ ਕੰਮ ਕਰਨੇ ਵਾਲਾ। ਗ੍ਰਹਿਸਤੀ ਜੋ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ, ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਉਹਨਾਂ ਦੀ ਗੱਲ ਕਰ ਰਹੇ ਨੇ ਗੁਰੂ ਜੀ। ਇਹ ਤਿੰਨੋਂ ਵੱਡੇ ਨੇ। ਭਾਵ ਇਹ ਤਿੰਨੋਂ ਹੀ ਇਸ ਸੰਸਾਰ ਦੇ ਵਿੱਚ ਬਹੁਤ ਹੀ ਮਹਾਨ ਨੇ। ਕਵੀ ਦਾ ਭਾਵ ਕਹਿੰਦਾ ਹੈ ਕਿ ਗ੍ਰਹਿਸਥ ਧਰਮ ਸਭ ਤੋਂ ਉੱਪਰ ਹੈ, ਕਿਰਤ ਕਰਨੀ ਸਭ ਤੋਂ ਮਹਾਨ ਹੈ। ਅਗਲੀ ਸਤਰ ਵਿੱਚ ਕਵੀ ਕਹਿ ਰਿਹਾ ਹੈ ਕਿ ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਕਰਤਾ ਭਾਵ ਰਚਨਾਕਾਰ, ਇਸ ਸੰਸਾਰ ਦਾ ਰਚਨਾਕਾਰ ਭਾਵ ਉਹ ਪਰਮਾਤਮਾ। ਭਾਵ ਇਹਨਾਂ ਤਿੰਨਾਂ ਵਿੱਚ ਹੀ ਪਰਮਾਤਮਾ ਖੁਦ ਆਪ ਵਾਸ ਕਰਦਾ ਹੈ। ਅਗਲੀਆਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਕਿਰਤ ਕਰਤਾ ਰੂਪ ਕਰਤਾਰ ਬਣਦੀ। ਭਾਵ ਕਿਰਤ ਖੁਦ ਉਹ ਕਰਤਾ ਤੇ ਕਰਤਾਰ ਦਾ ਭਾਵ ਹੈ ਪਰਮਾਤਮਾ, ਖੁਦ ਪਰਮਾਤਮਾ ਦਾ ਰੂਪ ਬਣ ਜਾਂਦੀ ਹੈ। ਭਾਵ ਇਮਾਨਦਾਰੀ ਨਾਲ ਕੀਤਾ ਹੋਇਆ ਕੰਮ, ਇਮਾਨਦਾਰੀ ਨਾਲ ਕੀਤੀ ਹੋਈ ਕਿਰਤ ਉਸ ਪਰਮਾਤਮਾ ਦਾ ਰੂਪ ਬਣਦੀ ਹੈ ਅਤੇ ਕਿਰਤ ਵਿੱਚ ਹੀ ਇਸ ਸ੍ਰਿਸ਼ਟੀ ਦਾ ਪਿਆਰ ਹੱਸਦਾ ਹੈ। ਭਾਵ ਕਿਰਤ ਵਿੱਚ ਹੀ ਸਾਰੀ ਸ੍ਰਿਸ਼ਟੀ ਦੀਆਂ ਖੁਸ਼ੀਆਂ ਅਤੇ ਪਿਆਰ ਵਸਦਾ ਹੈ। ਇਸ ਦਾ ਭਾਵ ਹੈ ਕਿ ਕਿਰਤ ਕਰਨ ਦੇ ਨਾਲ, ਕਿਰਤ ਦੀ ਮਹਾਨਤਾ ਦੇ ਨਾਲ ਅਸੀਂ ਉਸ ਪਰਮਾਤਮਾ ਦੇ ਰੂਪ ਨੂੰ ਜਾਣ ਸਕਦੇ ਹਾਂ, ਉਸ ਦੇ ਸਰੂਪ ਨੂੰ ਪਹਿਚਾਣ ਸਕਦੇ ਹਾਂ। ਕਿਰਤ ਕਰਨ ਵਾਲਿਆਂ ਦਾ, ਸੱਚੇ ਕਿਰਤ ਕਰਨ ਵਾਲਿਆਂ ਦਾ, ਇਮਾਨਦਾਰੀ ਨਾਲ ਕਿਰਤ ਕਰਨ ਵਾਲਿਆਂ ਦੇ ਨਾਲ ਪਰਮਾਤਮਾ ਹਮੇਸ਼ਾ ਹੁੰਦਾ ਹੈ। ਇਹਨਾਂ ਸਤਰਾਂ ਦੇ ਵਿੱਚ ਕਵੀ ਆਖ ਰਿਹਾ ਹੈ ਕਿ ਗੁਰੂ
ਜੀ ਨੇ ਕਿਹਾ ਹੈ ਕਿ ਨਾਮ ਦੀ ਭਗਤੀ ਵਿੱਚੋਂ ਹੀ ਤੁਹਾਨੂੰ ਸ਼ਕਤੀ ਪ੍ਰਾਪਤ ਹੋਵੇਗੀ। ਭਾਵ ਪ੍ਰਭੂ ਦੇ ਨਾਮ ਦੇ ਸਿਮਰਨ ਤੋਂ ਤੁਹਾਨੂੰ ਉਸ ਦੀਆਂ ਬਖਸ਼ਿਸ਼ਾਂ ਅਤੇ ਉਸ ਦੀ ਸ਼ਕਤੀ ਪ੍ਰਾਪਤ ਹੋਵੇਗੀ। ਔਰ ਮੈਂ ਜੋ ਤੁਹਾਨੂੰ ਇਹ ਅੱਜ ਹੌਸਲੇ ਰੂਪੀ ਕਿਰਪਾਨ ਦਿੱਤੀ ਹੈ, ਇਹ ਤੁਹਾਡਾ ਹਮੇਸ਼ਾ ਹੀ ਤੁਹਾਡਾ ਹੌਸਲਾ ਵਧਾਵੇਗੀ। ਇਹ ਹਮੇਸ਼ਾ ਹੀ ਤੁਹਾਡਾ ਸਾਥ ਦੇਵੇਗੀ। ਨਾਲ ਹੀ ਕਵੀ ਕਹਿ ਰਿਹਾ ਹੈ ਕਿ ਗੁਰੂ ਜੀ ਨੇ ਕਿਹਾ ਹੈ ਕਿ ਇਸ ਧਰਮ ਨੂੰ ਤੋਂ ਕਦੀ ਨਹੀਂ ਡੋਲਣਾ, ਔਰ ਧਰਮ ਦੇ ਲੇਖੇ ਮੈਂ ਅੱਜ ਆਪਣਾ ਸਭ ਕੁਝ ਲਾ ਦਿੱਤਾ ਹੈ, ਆਪਣਾ ਸਾਰਾ ਘਰ ਪਰਿਵਾਰ ਅਤੇ ਆਪਣੀ ਜਾਨ ਵੀ। ਅਤੇ ਤੁਸੀਂ ਬੱਚਿਓ ਜਾਣਦੇ ਹੋ ਕਿ ਗੁਰੂ ਜੀ ਨੇ ਕਿਸ ਤਰ੍ਹਾਂ ਧਰਮ ਦੇ ਲੇਖੇ ਆਪਣਾ ਆਪ, ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ, ਆਪਣੇ ਚਾਰੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ। ਇਹਨਾਂ ਨੇ ਧਰਮ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਗੁਰੂ ਜੀ ਦਾ ਕਹਿਣਾ ਹੈ ਕਿ ਆਪਣੇ ਧਰਮ ਤੋਂ ਕਦੀ ਵੀ ਪਿੱਛੇ ਨਹੀਂ ਹਟਣਾ, ਨਾਮ ਸਿਮਰਨ ਕਰਨਾ ਹੈ। ਨਾਮ ਸਿਮਰਨ ਦੇ ਨਾਲ ਤੁਸੀਂ ਹਮੇਸ਼ਾ ਹੀ ਇੱਕ ਸ਼ਕਤੀ ਦਾ ਅਨੁਭਵ ਕਰੋਗੇ। ਨਾਲ ਹੀ ਜੋ ਕਿਰਪਾਨ ਮੈਂ ਤੁਹਾਨੂੰ ਦਿੱਤੀ ਹੈ, ਇਹ ਤੁਹਾਡਾ ਹਮੇਸ਼ਾ ਹੀ ਹੌਸਲਾ ਵਧਾਉਂਦੀ ਰਹੇਗੀ। ਇਹਨਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਗੁਰੂ ਜੀ ਕਹਿੰਦੇ ਹਨ ਕਿ ਸਾਰੇ ਧਰਮਾਂ ਦੇ ਚੰਗੇ ਸਿਧਾਂਤਾਂ ਨੂੰ ਇਕੱਠਾ ਕਰਕੇ ਮੈਂ ਸਿੱਖੀ ਦਾ ਮਹਿਲ ਉਸਾਰਿਆ ਹੈ। ਇਸ ਦੇ ਵਿੱਚ ਮੀਰੀ ਅਤੇ ਪੀਰੀ ਦੇ ਰੰਗ ਭਰੇ ਹਨ। ਮੀਰੀ ਦਾ ਅਰਥ ਹੈ ਬੱਚਿਓ ਸ਼ਕਤੀ, ਅਤੇ ਪੀਰੀ ਦਾ ਅਰਥ ਹੈ ਭਗਤੀ। ਮੀਰੀ ਦਾ ਅਰਥ ਹੈ ਸ਼ਕਤੀ ਭਾਵ ਜ਼ੁਲਮ ਦੇ ਵਿਰੁੱਧ ਸ਼ਕਤੀ ਦਾ ਪ੍ਰਯੋਗ ਕਰਨਾ, ਔਰ ਪੀਰੀ ਦਾ ਅਰਥ ਹੈ ਅਧਿਆਤਮਿਕ ਪਥ 'ਤੇ ਤੁਰਨਾ, ਪ੍ਰਭੂ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਉਸ ਦਾ ਗੁਣਗਾਨ ਕਰਨਾ, ਅਧਿਆਤਮਿਕ ਰੂਪ ਦੇ ਵਿੱਚ ਅੱਗੇ ਵਧਣਾ। ਇਹ ਦੋਵੇਂ ਰੰਗ ਭਰੇ ਨੇ ਖਾਲਸੇ ਦੇ ਵਿੱਚ। ਭਾਵ ਮੀਰੀ ਅਤੇ ਪੀਰੀ ਦੋ ਚੀਜ਼ਾਂ ਖਾਲਸਾ ਪੰਥ ਦੀਆਂ ਦੇ ਸਿਧਾਂਤ ਨੇ, ਦੋਵੇਂ ਹੀ ਨਾਲੋਂ ਨਾਲ ਚੱਲਦੇ ਨੇ। ਇਸ ਤਰ੍ਹਾਂ ਗੁਰੂ ਜੀ ਕਹਿ ਰਹੇ ਨੇ ਕਿ ਮੈਂ ਅੱਜ ਖਾਲਸੇ ਨੂੰ ਇੱਕ ਨਵਾਂ ਰੂਪ ਦਿੱਤਾ ਹੈ, ਨਵੇਕਲਾ ਰੂਪ ਦਿੱਤਾ ਹੈ, ਜਿਸ ਦੇ ਵਿੱਚ ਮੀਰੀ ਅਤੇ ਪੀਰੀ ਦੋਵੇਂ ਹੀ ਹਨ। ਜ਼ੁਲਮ ਦੇ ਵਿਰੁੱਧ ਸ਼ਕਤੀ ਦਾ ਪ੍ਰਯੋਗ ਅਤੇ ਨਾਲ ਅਧਿਆਤਮ ਦਾ ਵੀ ਨਾਲ ਚੱਲਣਾ। ਪਿਆਰੇ ਵਿਦਿਆਰਥੀਓ, ਇਹ ਪੈਰਾ ਇਸ ਕਵਿਤਾ ਦਾ ਆਖਰੀ ਪੈਰਾ ਹੈ। ਇਸ ਵਿੱਚ ਕਵੀ ਕਹਿੰਦਾ ਹੈ ਕਿ ਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਆਪਣੇ ਦੇਸ਼ ਦੀ ਝੋਲੀ ਖਾਲਸਾ ਪੰਥ ਪਾ ਦਿੱਤਾ ਹੈ। ਹੁਣ ਹੇ ਖਾਲਸੇ, ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਸ ਦੀ ਸਾਂਭ ਸੰਭਾਲ ਕਰਨੀ, ਇਸ ਦੇ ਸਿਧਾਂਤਾਂ ਦੇ ਉੱਤੇ ਪੱਕੇ ਰਹਿਣਾ, ਆਪਣੀ ਨੇਕੀ ਅਤੇ ਇਮਾਨਦਾਰੀ ਦੇ ਨਾਲ ਇਸ ਵਿੱਚ ਨਵੇਂ ਤਾਜ਼ੇ ਫੁੱਲ ਅਰਪਿਤ ਕਰਨੇ। ਭਾਵ ਨਵੀਆਂ ਹੋਰ ਚੀਜ਼ਾਂ, ਚੰਗੀਆਂ ਚੀਜ਼ਾਂ ਇਸ ਵਿੱਚ ਸ਼ਾਮਿਲ ਕਰਨੀਆਂ, ਤਾਂ ਜੋ ਇਸ ਦੇ ਬਦਨ ਦੇ ਵਿੱਚੋਂ ਸੁੱਚੀ ਖੁਸ਼ਬੂ ਆਉਂਦੀ ਰਹੇ। ਭਾਵ ਤਾਂ ਜੋ ਇਸ ਦੀ ਮਹਿਕ ਪੂਰੇ ਸੰਸਾਰ ਵਿੱਚ ਫੈਲਦੀ ਰਹੇ ਔਰ ਪੂਰੇ ਸੰਸਾਰ ਨੂੰ ਆਪਣੇ ਖੁਸ਼ਬੂ ਦੇ ਨਾਲ ਪ੍ਰਭਾਵਿਤ ਕਰਦੀ ਰਹੇ। ਜਿੱਥੇ ਵੀ ਖਾਲਸਾ ਹੋਵੇ ਉੱਥੇ ਉਹ ਪਹਿਚਾਣਿਆ ਜਾਵੇ ਔਰ ਆਪਣੀ ਨੇਕੀ ਔਰ ਇਮਾਨਦਾਰੀ ਦੇ ਨਾਲ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰੇ। ਭਾਵ ਹੁਣ ਇਸ ਪੰਥ ਦੀ ਸਾਂਭ ਸੰਭਾਲ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ, ਔਰ ਇਸ ਜ਼ਿੰਮੇਵਾਰੀ ਦੇ ਨਾਲ ਤੁਸੀਂ ਇਸ ਦੇ ਵਿੱਚ ਨਵੇਂ ਅਤੇ ਸੱਜਰੇ ਵਿਚਾਰ ਦੇਣੇ ਨੇ, ਔਰ ਇਸ ਦੀ ਖੁਸ਼ਬੂ ਨੂੰ ਬਣਾਈ ਰੱਖਣਾ ਹੈ, ਤਾਂ ਜੋ ਪੂਰਾ ਸੰਸਾਰ ਇਸ ਤੋਂ ਪ੍ਰਭਾਵਿਤ ਹੁੰਦਾ ਰਹੇ। ਸੋ ਵਿਦਿਆਰਥੀਓ, ਅਸੀਂ ਇਹ ਪੂਰੀ ਕਵਿਤਾ ਪੜ੍ਹ ਚੁੱਕੇ ਹਾਂ, ਇਸ ਦੀ ਵਿਆਖਿਆ ਕਰ ਚੁੱਕੇ ਹਾਂ। ਆਓ ਹੁਣ ਅਸੀਂ ਇਸ ਦੀ ਅਭਿਆਸ ਕਰਦੇ ਹਾਂ। ਅਭਿਆਸ ਦਾ ਪਹਿਲਾ ਪ੍ਰਸ਼ਨ, ਇਹ ਵਿਦਿਆਰਥੀਓ ਇਹ ਪੂਰੇ 8 ਦੇ 8 ਪ੍ਰਸ਼ਨ ਇੱਕ ਨੰਬਰ ਦੇ ਨੇ। ਤੁਸੀਂ ਸਭ ਜਾਣਦੇ ਹੋ ਕਿ ਇੱਕ ਨੰਬਰ ਦੇ ਪ੍ਰਸ਼ਨ ਹੀ ਤੁਹਾਨੂੰ ਆਉਣੇ ਨੇ। 2 ਪ੍ਰਸ਼ਨ ਆਉਣੇ ਹੈ ਕਵਿਤਾ ਭਾਗ ਦੇ ਵਿੱਚੋਂ। ਚਲੋ ਅਸੀਂ ਪਹਿਲਾ ਪ੍ਰਸ਼ਨ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ, 10 ਗੁਰੂਆਂ ਨੇ ਕਿਹੜੀ ਜੋਤ ਬਾਲੀ ਹੈ? ਆਨਸਰ, ਉੱਤਰ ਹੈ ਸਿੱਖੀ ਦੀ। ਕਿਸ ਦੀ? ਸਿੱਖੀ ਦੀ। ਸਾਡਾ ਦੂਸਰਾ ਪ੍ਰਸ਼ਨ ਹੈ, ਧਰਮ ਦੀ ਸਾਂਝ ਕਿਸ ਨਾਲ ਹੈ? ਰਹਿਮ ਅਤੇ ਕਰਮ ਨਾਲ। ਤੀਸਰਾ ਪ੍ਰਸ਼ਨ, ਸੋਚ ਉੱਤੇ ਕੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ? ਹਾਂਜੀ, ਓਕੇ, ਗਰਮੀ ਜਾਂ ਗੁੱਸਾ। ਅਗਲਾ ਪ੍ਰਸ਼ਨ ਹੈ ਸਾਡਾ, ਆਪਣੀ ਕਿਰਤ ਵਿੱਚੋਂ ਕੀ ਕੱਢਣਾ ਚਾਹੀਦਾ ਹੈ? ਆਪਣੀ ਕਿਰਤ ਵਿੱਚੋਂ ਦਸੌਂਧ ਕੱਢਣੀ ਚਾਹੀਦੀ ਹੈ।
जी, साडा अगला प्रश्न है, किस दी राखी करनी चाहिदी है? सो विद्यार्थियों, इसका उत्तर है गऊ, गरीब ते औरत। साडा 6वां प्रश्न है, खालसे का रूप किस तरह शंगारिया गया है? प्यारे विद्यार्थियों, इसका उत्तर है खालसे का रूप जुलम का नाश करने दे लई शंगारिया गया है। साडा 7वां प्रश्न है, शक्ति किस विचों मिलेगी? नाम दी भगती विचों, नाम सिमरन दे विचों। अगला प्रश्न है, मीरी अते पीरी तो की भाव है? प्यारे विद्यार्थियों, इसका उत्तर एक ही नंबर विच लिखना है, इसलिए मीरी तो भाव है तुसी लिखोगे कि शक्ति अते पीरी का अर्थ है भगती। सो विद्यार्थियों, असी पूरी कविता की व्याख्या भी कर चुके हैं, अभ्यास भी कर चुके हैं। हुण एक भाग रह गया है साडा 3 नंबर का प्रश्न, सार लिखना, जिसनों कि असी अगले वीडियो दे विच करांगी। मैं तुहानूं समझावांगी कि इसका सार किवें लिखना है। बाकी दा अगले वीडियो 'च। धन्नवाद।